हिंदू कोऑपरेटिव बैंक के खाताधारक पिछले 2 वर्षों से अपनी मांगों को लेकर संघर्षरत है। समय समय पर जैसे जैसे भी उनको जहां भी मौका मिलता है वह विधायक मंत्रियों से मिलते हैं अपनी समस्याओं के हल के लिए। तो पिछले मीटिंग में विधायक की ओर से आश्वासन दिया गया था कि नए वर्ष पर कुछ राहत मिल सकती है, जिसके संबंध में आज फिर खाता धारकों ने अपनी मांगों को लेकर विधायक मध्य से भेंट की। उनके घर के बाहर कुछ देर के लिए धरना प्रदर्शन भी किया, लेकिन इस बार भी उन्हें पहले की तरह ही आश्वासन मिला कि 2-3 महीने अभी और लगेंगे। दोस्तों, इस दौरान काफ़ी बीच बचाव भी हुआ और तकरार भी हुई, क्योंकि खाताधारक गर्म है अपने पैसों के लेकर। कई ऐसे भी मार्मिक सीन था कि अपने पारिवारिक पैसा ना मिलने के कारण जो कष्ट झेल रहे हैं वृद्ध, तो उन्होंने अपनी समस्या रखी। हालांकि बड़ा गमगीन बात थी कि जैसे वो बोलते थे। इस दौरान एक ये भी बात सामने निकल के आएगी कि जब विधायक की ओर से ये कहा गया कि जो डिफॉल्टर है कि आप उनके घर के बाहर धरना नहीं देते हैं, तो खाताधारकों ने उन्हें आश्वासन देते हुए आश्वासन दिया कि अगर पुलिस प्रोटेक्शन उनको देती है, पुलिस उनके साथ चलती है, तो वह डिफॉल्टरों के घर के बाहर भी धरना प्रदर्शन करेंगे। तो जो बैंक के डिफॉल्टर हैं वो इस बात को जरूर सुने कि अब आपका नंबर लगने वाला है। हालांकि भविष्य में क्या होता है ये तो कोई नहीं जानता, लेकिन अगर ऐसा हुआ तो बात लंबी खींच सकती है। तो आइए देखते हैं। बैंक को क्लोज करे बिल्कुल व्हाट फॉर ਵੀ ਇਹ ਹਿੰਦੁਸਤਾਨ ਹੈ। ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾ ਹਿੰਦੁਸਤਾਨ ਦਾ। ਕਿਸਾਨਾਂ ਦਾ ਦੇਖੋ ਕੀ ਹਾਲ ਹੋ ਰਿਹਾ। ਨਹੀਂ ਕਹੋ ਤੁਸੀਂ ਪਲੀਜ਼। ਤੁਸੀਂ ਮੇਰੀ ਬੇਨਤੀ ਸੁਣੋ। ਤੁਸੀਂ ਪਹਿਲਾਂ ਤੁਸੀਂ ਅੰਕਲ ਤੇ ਬੋਲਣ ਨਹੀਂ ਦਿੰਦੇ। ਬੈਂਕ ਲੁੱਟ ਤੁਸੀਂ ਬੋਲਣ ਨਹੀਂ ਦਿੰਦੇ। ਤੁਸੀਂ ਨਾ ਜਦੋਂ ਆਉਂਦੇ ਵੀ ਬੋਲਣ ਨਹੀਂ ਦਿੰਦੇ। ਤੁਸੀਂ ਆਪਣੀ ਗੱਲ ਕਰਦੇ ਹੋ। ਮੇਰਾ ਬੇਨਤੀ ਇਹੀ ਹੈ, ਮੇਰੀ ਗੱਲ ਦਾ ਤੁਸੀਂ ਦੇਖੋ ਸਰਕਾਰ ਨੇ, ਮੰਤਰੀ ਸਾਹਿਬ ਨੇ, ਐਮਐਲਏ ਸਾਹਿਬ ਨੇ ਤੁਹਾਨੂੰ ਆਸ਼ਵਾਸਨ ਕੱਚਾ ਨਹੀਂ ਦਿੱਤੇ ਦਾ, ਕੋਈ ਉਹ ਨਹੀਂ ਦੇ ਰਹੇ ਕਿ ਤੁਹਾਨੂੰ ਕੋਈ लॉलीपॉप सीधी जी गल। देखो अंकल मेरी बेनती भाजी मेरी सुनो गल यहाँ तो साडे एफर्ट से को ਤੁਹਾਡੇ ਮੇਰੀ ਕੋਈ ਸੁਣ ਲਿਆ ਕਰੋ। ਸਾਡੇ ਐਫਰਟ ਤੇ ਕੋਈ ਤੁਹਾਨੂੰ ਲੱਗ ਰਿਹਾ। ਮੈਨੂੰ ਦੱਸੋ ਹੁਣ ਤੁਸੀਂ ਸਰ ਕਿਹਾ ਆ ਜੀ ਕਿ ਰੰਧਾਵਾ ਸਾਹਿਬ ਨੇ ਕਿਹਾ ਕਿ ਜੀ ਇਹ ਸੈਂਟਰਲ ਕੋਆਪਰੇਟਿਵ ਚ ਮਰਜ ਹੋ ਜਾਏਗਾ। ਉਹਨਾਂ ਦਾ ਜਿਹੜਾ ਬਿਆਨ ਆਇਆ ਜੀ ਤੁਸੀਂ ਦੇਖਿਆ ਸੀ ਨਾ। ਹਾਂ ਬਿਲਕੁਲ ਦੇਖਿਆ, ਅਸੀਂ ਸਾਰਿਆਂ ਨੇ ਦੇਖਿਆ। ਮੈਂ ਉਹਨਾਂ ਦੀ ਵਰਡ ਹੀ ਬੋਲ ਰਿਹਾ, ਮੈਂ ਆਪਣਾ ਕੋਈ ਨਹੀਂ ਕੁਝ ਨਹੀਂ ਬੋਲ ਸਰ ਰਿਹਾ। ਇਹੋ ਹੀ ਬਿਆਨ ਨਾ ਇਹ ਕਹਿ ਰਿਹਾ ਨਾ ਖੁੱਲੇ ਘੁੰਮ ਰਹੇ, ਤੁਹਾਨੂੰ ਸਾਰਿਆਂ ਨੂੰ ਪਤਾ। ਅਸੀਂ ਧਰਨਾ ਲਾਉਂਦੇ ਉਹਨਾਂ ਦੇ ਘਰ ਦੇ ਬਾਹਰ, ਉਹ ਕਹਿੰਦੇ ਅਸੀਂ ਤੁਹਾਨੂੰ ਪੈਸੇ ਨਹੀਂ ਨਾ ਤੁਹਾਡੇ ਕੋਲ ਲਏ ਨਾ ਤੁਹਾਡਾ ਸਾਡਾ ਨਾਲ ਕੀ ਲੈਣ ਦੇਣਾ। ਮੈਨੂੰ ਦੱਸੋ ਇਹ ਚੀਜ਼ ਦਾ, ਇਹ ਚੀਜ਼ ਸਾਨੂੰ ਐਕਸਪਲੇਨ ਕਰੋ। ਅਸੀਂ ਪੈਸੇ ਦਿੱਤੇ ਬੈਂਕ ਤਾਂ ਹੀ ਕਹਿ ਰਿਹਾ ਨਾ, ਫਿਰ ਮੈਂ ਵੀ ਕਹਿ ਰਿਹਾ ਉਹੀ ਸਰ ਨਾ ਗੱਲ ਬੈਂਕ ਤੁਸੀਂ ਬੈਂਕ ਨੂੰ ਦਿੱਤਾ ਤੇ ਪੁੰਜ ਸਰ ਔਖਾ ਹੋ ਕੇ ਬੈ ਗਏ ਸੀ ਇੱਕ ਦਿਨ ਉੱਥੇ ਆਏ ਤੇ ਪੁੰਜ ਫਿਰ ਅਸੀਂ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਲੈਣ ਦੇਣ ਹੀ ਨਹੀਂ ਹੈਗਾ। ਅਸੀਂ ਕਹਿੰਦਾ ਤੁਹਾਡਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਤੁਸੀਂ ਬੈਂਕ ਕੋਲ ਪੁੱਛੋ ਪੈਸੇ ਕਦੋਂ ਮਿਲਣੇ ਹੈਗੇ। ਤੁਸੀਂ ਮੰਨ ਕੇ ਘਰ ਆ ਕੀ ਕਰੀਏ ਉਹਨੂੰ ਦੱਸੋ। ਤੁਸੀਂ ਮੰਨ ਕੇ ਘਰ ਆ ਕੇ ਦੱਸੋ ਮੈਨੂੰ। ਹੁਣ ਰੰਧਾਵਾ ਸਾਹਿਬ ਨੇ ਕਿਹਾ ਡਿਫਾਲਟਰਾਂ ਦੇ ਬਾਹਰ ਧਰਨੇ ਦਿਓ। ਰੰਧਾਵਾ ਸਾਹਿਬ ਨੂੰ ਕੋ ਸਾਡੇ ਨਾਲ ਟੀਮ ਭੇਜੋ, ਬੈਂਕ ਦੀ ਨਾਲ ਪੁਲਿਸ ਵਾਲੇ ਟੀਮ ਭੇਜੋ, ਅਸੀਂ ਲਾ ਦਿੰਦੇ ਧਰਨੇ। ਸਾਨੂੰ ਕਿਤੇ ਧਰਨਾ ਲਾਉਣ 'ਚ ਕੋਈ ਹਰਜ ਥੋੜੀ ਹੈ। ਸਾਨੂੰ ਅਥਾਰਟੀ ਡਿਫਾਲਟਰਾਂ ਕੋ ਪੈਸੇ ਲੈਣ ਦੀ ਅਥਾਰਟੀ ਬੈਂਕ ਦੀ ਸਾਡੀ ਨਹੀਂ ਹੈਗੀ ਸਰ। ਨਾਲੇ ਉਹਨਾਂ ਨੇ ਪੈਸੇ ਅੰਦਰ ਵੜ ਕੇ ਵੰਡੇ ਸੀਗੇ, ਸਾਨੂੰ ਪਤਾ ਲੱਗਦਾ ਤੇ ਫਿਰ ਅਸੀਂ ਆਪਣੇ ਪੈਸੇ ਵਿੱਚ ਰਹਿ ਜੰਨੇ ਸਾਡੇ ਕੋਲ ਪੁੱਛ ਕੇ ਥੋੜੀ ਜਦੋਂ ਅਸੀਂ ਰੰਧਾਵਾ ਸਾਹਿਬ ਕੋਲ ਗਏ ਨਾ, ਹਾਂਜੀ ਹਾਂਜੀ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਮੈਂ ਥੋੜਾ ਨਾ ਗਲੀ ਵਾਲਿਆਂ ਨੂੰ ਜਾਣਦੇ, ਥੋੜਾ ਜਿਹਾ ਥੋੜੀ ਜਗ੍ਹਾ ਦੇ ਅਸੀਂ ਮੈਂ ਕਿਹਾ ਐਪਰੀਸ਼ੀਏਟ ਕਰਦੇ ਹਾਂ ਇਸ ਕੰਮ ਨੂੰ ਵੀ ਜਿੰਨਾ ਵੱਡਾ ਕੰਮ ਤੁਸੀਂ ਕਰ ਦਿੱਤਾ ਨਾ, ਇੰਨਾ ਬੰਦਾ ਐਡਜਸਟ ਕਰਨਾ ਇਹ ਬੜੀ ਬਹਾਦਰੀ ਹੈ। ਐਮਐਲਏ ਸਾਹਿਬ ਨੇ ਇੱਕ ਰਿਕੁਐਸਟ ਕੀਤੀ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ। ਇੱਕ ਮਿੰਟ ਮੈਨੂੰ ਸੁਣੋ ਜੀ ਜੀ ਅਸੀਂ ਮੰਤਰੀ ਸਾਹਿਬ ਕੋਲ ਗਏ, ਅੱਛਾ ਜੀ। ਉਹਨਾਂ ਨੂੰ ਅਸੀਂ ਸਲਿੱਪ ਭੇਜੀ, ਉਹਨਾਂ ਨੇ ਸਾਡਾ ਵੈਲਕਮ ਕੀਤਾ, ਬੜੇ ਪਿਆਰ ਨਾਲ ਬੁਲਾਇਆ, ਬਿਠਾਇਆ। ਇੱਥੇ ਸਾਨੂੰ ਆ ਖਾਈਏ 2 ਵਾਰ ਤੁਹਾਡੇ ਹੁੰਦਿਆਂ। ਤੁਸੀਂ ਕਦੇ ਪੁਲਿਸ ਖੜੀ ਕਰ ਦੇਣੀ, ਇਸ ਤਰ੍ਹਾਂ ਨਹੀਂ ਕਰਨਾ। ਨਹੀਂ ਅਸੀਂ ਤਾਂ ਸਾਨੂੰ ਪਤਾ ਨਹੀਂ ਕਿ ਤੁਸੀਂ ਆ ਰਹੇ ਹੋ। ਉੱਥੇ ਰੋਕਿਆ ਮੈਂ ਪੁਲਿਸ ਵਾਲੇ ਨੂੰ, ਮੈਂ ਪੁਲਿਸ ਐਸਆਈ ਨੂੰ ਕਿਹਾ ਮੈਂ ਤਾਂ ਕਹਿੰਦਾ ਅੰਦਰ ਬੈਠੋ। ਮੈਂ ਤੁਹਾਨੂੰ ਕਹਿੰਦਾ ਕੁਰਸੀਆਂ ਦੇਣਾ, ਤੁਸੀਂ ਥਾਣੇ 'ਚ ਥੱਲੇ ਤੋਂ ਬੈਠੇ ਹੋ। ਕੋਈ ਗੱਲ ਨਹੀਂ, ਮੈਂ ਡਿਫੈਂਡ। ਮੈਂ ਪੁਲਿਸ ਐਸਆਈ ਨੂੰ ਕਿਹਾ, ਮੈਂ ਕਿਹਾ ਹੈਵ ਯੂ ਗੋਟ ਐਨੀ ਆਰਡਰ ਫਰੋਮ ਐਸਡੀਐਮਆਰ ਡੀਸੀ। ਮੈਂ ਹਿੰਦੁਸਤਾਨ ਦਾ ਬਾਸ਼ਿੰਦਾ ਹੈ, 311 ਆਰਟੀਕਲ ਅਵੇਲ ਕਰ ਸਕਦਾ, ਮੈਂ ਕਿਤੇ ਵੀ ਜਾ ਸਕਦਾ। ਕਹਿੰਦਾ ਐਸਐਚਓ ਨੂੰ ਬੁਲਾਓ। ਮੈਂ ਐਸਐਚਓ ਕੋਲ ਜਾਓ, ਮੈਂ ਐਸਐਚਓ ਨੂੰ ਤੁਸੀਂ ਬੁਲਾਓ। ਇਹ ਕਿਉਂ ਹੁੰਦਾ ਐਸਾ?
ਐਸਾ ਕਿਉਂ ਹੁੰਦਾ ਤੁਹਾਡੇ ਅੰਦਰ? ਪਹਿਲਾਂ ਤਾਂ ਇਹਦਾ ਜਵਾਬ ਦਿਓ। ਇਹ ਨੌਲੇਜ ਸਾਨੂੰ ਦੇ ਨਹੀਂ ਪਲੀਜ਼ ਤੁਹਾਡੇ ਰੈਜ਼ੀਡੈਂਟ ਤੇ ਆਣ ਕੇ ਤੁਹਾਡੇ ਰੈਜ਼ੀਡੈਂਟ ਆਂਸਰ ਸਾਨੂੰ ਰੁਕਾਵਟ ਨਹੀਂ ਨਾ ਆਣੀ ਚਾਹੀਦੀ ਨਾ ਕਿ ਸਾਡੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਸਾਨੂੰ ਨਹੀਂ ਇਹੀ ਭਾਂਸੀ ਆਪਰੇ ਨੇ ਬੜਾ ਹੀ ਵਧੀਆ ਕੰਮ ਕਰਾਇਆ ਜੀ ਯਾਰ ਤੁਸੀਂ ਸਾਡੇ ਰਾਜੇ ਹੋ ਅਸੀਂ ਤਾਂ ਤੁਹਾਨੂੰ ਵੀ ਕਹਿਣਾ ਅੱਗੇ ਨਹੀਂ ਸਰ ਮੈਂ ਤੁਹਾਨੂੰ ਬਰੀਫ ਹੀ ਕਰ ਦਿੰਦਾ ਪਿੱਛੇ ਮੈਂ ਵੀ ਮਿਲ ਕੇ ਆਇਆ ਸੀਐਮ ਸਾਹਿਬ ਦੇ ਸੀਪੀਐਸ ਸੀਐਮ ਨੂੰ ਜਿਹੜੇ ਦੇਖ ਰਹੇ ਨੇ ਫਿਰ ਰੰਧਾਵਾ ਸਾਹਿਬ ਵੀ ਆਏ ਸੀ ਇੱਥੇ ਤੁਸੀਂ ਦੇਖਿਆ ਹੋਣਾ ਕਿ ਸਾਡੀ ਇੱਕ ਪ੍ਰਾਪਰਟੀ ਵੀ ਸੁਜਾਨਪੁਰ ਦੇ ਕਬਜ਼ੇ 'ਚ ਲੈ ਲਈ ਹੈ ਸੀਐਮ ਸਾਹਿਬ ਜਲਦੀ ਇਹਦੀ ਮੀਟਿੰਗ ਕਰਨਗੇ ਜੋ ਰੰਧਾਵਾ ਸਾਹਿਬ ਵੀ ਹੈ ਜਿਹੜਾ ਬੈਂਕ ਇੱਕਦਮ ਚਾਲੂ ਕਰਾਉਣਾ ਉਹਦੇ ਵਿੱਚ ਇੱਕੋ ਹੀ ਸੋਲੂਸ਼ਨ ਸੀ ਸਾਡੇ ਕੋਲ ਮਰਜਰ ਦਾ ਤੇ ਦੂਸਰਾ ਸੀ ਕਿ ਇਸੀ ਨੂੰ ਹੀ ਅਸੀਂ ਆਪਣਾ ਕੋਆਪਰੇਟਿਵ ਬੈਂਕ ਬਣਾ ਲਈਏ ਅਲੱਗ ਤੇ ਦੋਨੋਂ ਅਸੀਂ ਸੋਲੂਸ਼ਨ ਕਰ ਰਹੇ ਹਾਂ ਹੋ ਸਕਦਾ ਹੈ ਇਹਦੇ ਵਿੱਚ ਇਮੀਡੀਏਟਲੀ ਜੇ ਸਾਨੂੰ ਆਪਣੇ ਹਿੰਦੂ ਕੋਆਪਰੇਟਿਵ ਬੈਂਕ ਨਹੀਂ ਉਹ ਤੁਸੀਂ ਮੈਂ ਨਹੀਂ ਬੋਲ ਰਿਹਾ ਉਹ ਮਿਨਿਸਟਰ ਸਾਹਿਬ ਦੀ ਸਟੇਟਮੈਂਟ ਵੀ ਤੁਸੀਂ ਦੇਖ ਲੈਣਾ ਉਹਨਾਂ ਨੇ ਮੀਡੀਆ 'ਚ ਬੋਲਿਆ ਤੇ ਉਹਦੇ ਵਿੱਚ ਅਸੀਂ ਮਰਜਰ ਦਾ ਤੇ ਚੱਲ ਹੀ ਰਿਹਾ ਨਾਲ ਅਸੀਂ ਇਹਨੂੰ ਆਪਣਾ ਅਲੱਗ ਕੋਆਪਰੇਟਿਵ ਬੈਂਕ ਬਣਾ ਰਹੇ ਹਾਂ ਪਠਾਨਕੋਟ ਨੂੰ ਕਿਉਂਕਿ ਅਸੀਂ ਇਹਨੂੰ ਚਲਾਉਣਾ ਵੀ ਹੈ ਅੱਜ ਦੀ ਡੇਟ ਵਿੱਚ ਜਿਹੜੀ ਸਾਡੇ ਕੋਲ ਲੀਗਲ ਡਰਾਬੈਕ ਹੈ ਸਾਡਾ ਇਹ ਪ੍ਰਾਈਵੇਟ ਲਿਮਟਿਡ ਬੈਂਕ ਹੈ ਸਰਕਾਰ ਦੀ ਕੋਈ ਇਹਦੇ ਵਿੱਚ ਜ਼ਿੰਮੇਵਾਰੀ ਨਹੀਂ ਹੈਗੀ ਇਹ ਨਾ ਸਰਕਾਰ ਦੀ ਜ਼ਿੰਮੇਵਾਰੀ ਪਹਿਲੇ ਸੀ ਨਾ ਅਜੇ ਵੀ ਨਹੀਂ ਹੈਗੀ ਜਿੰਨੀ ਦੇਰ ਤੱਕ ਇਹਨੂੰ ਅਸੀਂ ਕੋਆਪਰੇਟਿਵ ਬੈਂਕ ਪੰਜਾਬ ਦਾ ਨਹੀਂ ਬਣਾਉਂਦੇ ਉਨੀ ਦੇਰ ਤੱਕ ਸਾਨੂੰ ਵੀ ਕਈ ਚੀਜ਼ਾਂ ਜੋ ਅਸੀਂ ਕਰਨਾ ਚਾਹੁੰਦੇ ਆ ਉਹ ਅਸੀਂ ਨਹੀਂ ਕਰ ਸਕਦੇ ਕਿਉਂਕਿ ਫਿਰ ਆਰਬੀਆਈ ਵੱਲੋਂ ਸਾਨੂੰ ਕੰਡੀਸ਼ਨਾਂ ਲੱਗ ਜਾਂਦੀਆਂ ਇੱਕ ਮਰਜਰ ਕਿਉਂਕਿ ਦਸੰਬਰ 31 ਤੱਕ ਸਾਨੂੰ ਟਾਈਮ ਦਿੱਤਾ ਸੀ ਆਰਬੀਆਈ ਨੇ ਕਿ ਤੁਸੀਂ ਆਪਣਾ ਜੋ ਮੈਂ ਤੁਹਾਨੂੰ ਲਾਸਟ ਵਾਰੀ ਦੱਸਿਆ ਸੀ ਕਿ ਆਪਣੀ ਤੁਸੀਂ ਥੋੜੀ ਜਿਹੀ ਉਹ ਕਰੋ ਇੱਕ ਪ੍ਰਾਪਰਟੀਆਂ ਦਾ ਪੋਜੈਸ਼ਨ ਲਓ ਇੱਕ ਪ੍ਰਾਪਰਟੀਆਂ ਦੀ ਆਕਸ਼ਨ ਕਰੋ ਉਹਦੇ ਵਿੱਚ ਟੱਚਵੁੱਡ ਅਸੀਂ ਕਾਮਯਾਬ ਹੋਏ ਮੈਂ ਥੈਂਕਸ ਕਰਨਾ ਚਾਹੁੰਦਾ ਹਾਈ ਕੋਰਟ ਦਾ ਵੀ ਕਿ ਹਾਈ ਕੋਰਟ ਨੇ ਵੀ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੀ ਸਾਥ ਨਹੀਂ ਦਿੱਤਾ ਤੇ ਉਹਦੇ ਵਿੱਚ ਸਾਡੀ ਸੁਜਾਨਪੁਰ ਦੀ ਇੱਕ ਬੜੀ ਇੰਪੋਰਟੈਂਟ ਪ੍ਰਾਪਰਟੀ ਹੈ 5-6 ਕਰੋੜ ਦੀ ਉਹਦੇ ਵਿੱਚ ਉਹ ਬੰਦਾ ਗਿਆ ਤੁਸੀਂ ਆਰਡਰ ਪੜਨਾ ਹਾਈ ਕੋਰਟ ਨੇ ਸਪੈਸ਼ਲੀ ਕਿਹਾ ਕਿ यहाँ ਤੇ 31 ਤਰੀਕ ਤੱਕ ਪੈਸਾ ਦੇ ਦੇ ਨਹੀਂ ਤੇ ਬੈਂਕ ਫ੍ਰੀ ਆਪਣਾ ਪੋਜੈਸ਼ਨ ਲੈ ਉਹਦਾ ਬਾਇਰ ਵੀ ਬੈਂਕ ਕੋਲ ਹੈਗਾ ਦੀਨਾਨਗਰ ਹੈ ਜੀ ਹਾਂਜੀ ਦੀਨਾਨਗਰ ਸੌਰੀ ਸੁਜਾਨਪੁਰ ਐਕਚੁਅਲੀ ਆਪਣੀ ਡਿਸਟ੍ਰਿਕਟ ਚੋਂ ਬਾਹਰ ਹੀ ਨਹੀਂ ਨਿਕਲ ਰਿਹਾ ਮੇਰਾ ਅਸੀਂ ਬੈਠ ਜਾਂਦੇ ਆ ਦੇਖੋ ਇੱਕ ਮਿੰਟ ਸੁਣੋ ਅਸੀਂ ਬੈਠ ਜਾਂਦੇ ਆ ਅੱਜ ਹੀ ਬੈਠ ਜਾਂਦੇ ਆ ਇੱਕ ਮਿੰਟ ਅਸੀਂ ਅੱਜ ਹੀ ਚੱਲਣਾ ਉਹ ਨਾ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਨਹੀਂ ਚਲੋ ਸਾਡੇ ਨਾਲ ਤੁਸੀਂ ਸਾਡੇ ਨਾਲ ਚਲੋ ਅਸੀਂ ਬਹਿੰਦੇ ਜਾ ਕੇ ਪੁਲਿਸ ਕਿਹੜੇ ਕੌਣ ਤੁਹਾਨੂੰ ਸੁਣਤੇ ਲਵੋ ਤੁਹਾਨੂੰ ਪੁਲਿਸ ਭੇਜ ਦੇਖੋ ਮੇਰੀ ਗੱਲ ਸੁਣੋ ਆ ਤੇ ਫਿਰ ਦੇਖੋ ਸ਼ਰੀਫ ਆਦਮੀ ਨੂੰ ਮਹਾਰਾਜ ਜੋਸ਼ੀ ਸਾਹਿਬ ਨਾਲ ਉਹਦੇ ਲੜਾਈ ਹੋ ਜਾਣੀ ਪੁੰਜ ਨਾਲ ਦੇਖੋ ਕਿਦਾਂ ਉਹ ਗਾਲ ਕੱਢ ਕੇ ਗਿਆ ਹੀ ਆ ਗਾਲ ਕੱਢੇਗਾ ਤੁਸੀਂ ਲਿਖ ਕੇ ਇਹ ਟੰਗੀ ਮੇਰੇ ਵੀ ਬੋਲ ਕੇ ਗਿਆ ਸੀ ਜੋਸ਼ੀ ਸਾਹਿਬ ਸਾਡੇ ਨਾਲ ਪੁਲਿਸ ਹੁਣ ਮੇਰੀ ਵੀ ਗੱਲ ਸੁਣੋ ਨਾ ਤਿੰਨ ਪੁਆਇੰਟ ਤੁਸੀਂ ਸੁਣ ਲੈ ਚੌਥਾ ਤੇ ਸੁਣੋ ਥੋੜਾ ਟਾਈਮ ਹੀ ਲੈ ਤੁਸੀਂ 3 ਪੁਆਇੰਟ ਸਾਡੇ ਸੁਣ ਲੈ ਚੌਥਾ ਸੁਣੋ ਸਾਨੂੰ ਰੰਧਾਵਾ ਸਾਹਿਬ ਨੇ ਬਿਲਕੁਲ ਇਹ ਕਿਹਾ ਜੋ ਤੁਸੀਂ ਕਹਿ ਰਹੇ ਹੋ ਜੋ ਤੁਸੀਂ ਕਿਹਾ ਕਿ ਜਿਹੜੇ ਲੁਟੇਰੇ ਨੇ ਤੁਸੀਂ ਉਹਨਾਂ ਦੇ ਧਰਨਾ ਦਿਓ ਇਹ 4 ਹੋ ਗਏ ਪੰਜਵਾਂ ਵੀ ਸੁਣ ਲਓ ਕਿ ਮੈਂ 5 ਲੱਖ ਦਾ ਵਕੀਲ ਕੀਤਾ ਤੁਸੀਂ ਵੀ ਕਰੋ ਅਸੀਂ ਕਿਹਾ ਪਏ ਅਸੀਂ ਥਰਡ ਪਾਰਟੀ ਜਾ ਸਕਦੇ ਹਾਂ ਅਸੀਂ ਵਕੀਲ ਵੀ ਕਰ ਸਕਦੇ ਹਾਂ ਅਸੀਂ ਅਦਰਵਾਈਜ਼ ਹਾਈ ਕੋਰਟ 'ਚ ਅਸੀਂ ਰਿਕੁਐਸਟ ਵੀ ਕਰ ਸਕਦੇ ਹਾਂ ਤੇ ਅਸੀਂ ਮਤਲਬ ਗਰੀਬ ਪਰਸਨ ਹੈ ਤੇ ਅੱਗੇ ਲਈ ਤੁਸੀਂ ਸਟੇ ਨਾ ਦਿਓ ਇਹ 5 ਪੁਆਇੰਟ ਹੁਣ ਆ ਜਾਓ 5 ਪੁਆਇੰਟਾਂ ਤੇ ਨੰਬਰ 1 ਤੇ ਲਿਆ ਤੁਹਾਡੇ ਤੇ ਐਮਐਲਏ ਪਠਾਨਕੋਟ ਨੇ ਕੀ ਕੀਤਾ ਚਲੋ ਲੋਕਾਂ ਨੂੰ ਪਤਾ ਜੀ ਉਹ ਤੁਸੀਂ ਜਾਣੋ ਤੁਸੀਂ ਤੁਹਾਡੀ ਉਹਦੀ ਕੀ ਗੱਲ ਹੋਈ ਤੁਸੀਂ ਕਿਹੜੇ ਉਹ ਮੈਨੂੰ ਤਾਂ ਨਹੀਂ ਨਾ ਪਤਾ ਹੁਣ ਤੁਸੀਂ ਸੁਣ ਲਓ ਤੁਸੀਂ ਕੱਕੜੇ ਨਾ ਥੋੜਾ ਸੁਣ ਲਓ ਦੇਖੋ ਗੱਲ ਰੰਧਾਵਾ ਸਾਹਿਬ ਨਾਲ ਮੈਂ ਦੇਖੋ ਮੈਂ ਤੇ ਰੰਧਾਵਾ ਸਾਹਿਬ ਵਿਧਾਨ ਸਭਾ ਤੋਂ ਲੈ ਕੇ ਹਰ ਚੀਜ਼ ਦਾ ਖਿਆਲ ਕਰ ਰਿਹਾ ਇਹਨਾਂ ਦੇ ਕਹਿਣ ਤੋਂ ਤੁਹਾਡਾ ਰੈਫਰੈਂਸ ਦਿੱਤਾ ਕਿ ਇਹਨਾਂ ਦੇ ਕਹਿਣ ਤੋਂ ਮੈਂ ਬੈਂਕ ਨੂੰ ਮਰਦ ਕਰਨੋਂ ਫਿਰਦਾ ਇਹ ਨਹੀਂ ਗੱਲ ਹੋਈ ਮੇਰੇ ਕਹਿਣ ਤੇ ਦੇਖੋ ਸੀਐਮ ਸਾਹਿਬ ਤੇ ਰੰਧਾਵਾ ਸਾਹਿਬ ਨੇ ਲੋਕਾਂ ਨੂੰ ਡੈਪੂਟੇਸ਼ਨ ਤੇ ਭੇਜਿਆ ਮੇਰੇ ਕਹਿਣ ਤੇ ਸੁਣ ਲਓ ਜੀ ਮੇਰੇ ਕਹਿਣ ਤੇ ਪ੍ਰਾਪਰਟੀ ਆਕਸ਼ਨ ਹੋਈਆਂ ਮੇਰੇ ਐਂਗਲ ਇੱਕ ਮਿੰਟ ਮੇਰੇ ਕਹਿਣ ਤੇ ਵਿਧਾਨ ਸਭਾ 'ਚ ਕੁਐਸਚਨ ਉੱਠੇ ਨੇ ਮੇਰੇ ਕਹਿਣ ਤੇ ਅਰੈਸਟ ਹੋਈ ਹੈ ਕਿਉਂਕਿ ਇਹਨੂੰ ਮੈਂ ਪਹਿਲੇ ਦਿਨ ਤੋਂ ਸੀਰੀਅਸਲੀ ਲੈ ਰਿਹਾ ਕਿਉਂਕਿ ਮੈਨੂੰ ਪਤਾ ਲੋਕ ਨਾਲ ਜੁੜੇ ਦੇ ਨੇ ਕਿਉਂਕਿ ਜੇ ਪਠਾਨਕੋਟ ਦਾ ਐਮਐਲਏ ਨਹੀਂ ਬੋਲ ਜੇ ਸਪੋਜ਼ ਕਰੋ ਉਹਨਾਂ ਕੋਲ ਪ੍ਰਾਪਰਟੀਆਂ ਕਨਫਿਸਕੇਟਡ ਹੈਗੀਆਂ ਉਹਦੀ ਪੂਰੀ ਵੈਲਿਊ ਨਹੀਂ ਹੈ ਤੇ ਮੈਂ ਸੀਐਮ ਸਾਹਿਬ ਨੂੰ ਇਹੀ ਕਿਹਾ ਸੀ ਕਿ ਜੇ ਉਹਦੀ ਪੂਰੀ ਪ੍ਰਾਪਰਟੀ ਦੀ ਵੈਲਿਊ ਨਹੀਂ ਨਿਕਲਦੀ ਤੇ ਉਹਨਾਂ ਦੀ ਜਿਹੜੀ ਦੂਜੀ ਪ੍ਰਾਪਰਟੀਆਂ ਉਹਨਾਂ ਨੂੰ ਵੀ ਇਹਦੇ ਨਾਲ ਅਟੈਚ ਕਰਕੇ ਸੈਕਿੰਡ ਚਾਰਜ ਲਾਓ ਉਹ ਸਾਡਾ ਆਪਣਾ ਇੰਟਰਨਲ ਪ੍ਰੋਸੀਜਰ ਹੈ
ਸਾਨੂੰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਸੀ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਇਸ ਬੈਂਕ ਦੀ ਕੋਈ ਲੀਗਲ ਸੈਂਟੀਟੀ ਨਹੀਂ ਹੈ। ਉਹ ਤੇ ਸਾਡੇ ਲੋਕ ਇਨਵੋਲਡ ਨੇ, ਹਜ਼ਾਰਾਂ ਲੋਕ ਇਨਵੋਲਡ ਨੇ। ਉਹ ਤੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ, ਰੰਧਾਵਾ ਸਾਹਿਬ ਤੇ ਮੇਰਾ ਹੈ ਕਿ ਸਾਡੇ ਲੋਕ ਨੇ ਬਈ। ਅਸੀਂ ਤੇ ਇਸ ਲੈਵਲ ਤੱਕ ਜਾ ਰਹੇ ਹਾਂ ਕਿ ਜਿਹੜਾ EMPLOYE ਵੀ ਆਇਆ 170 EMPLOYE ਰੱਖ ਲਏ, 45-60 ਦੀ ਲੋੜ ਸੀ, ਸੈਲਰੀਆਂ ਦੀ ਵੀ ਇੰਨੀ ਲੋੜ ਸੀ, ਮਗਰ ਸਾਡੇ ਆਪਣੇ ਲੋਕ ਆ ਕਿਉਂ ਉਹਨਾਂ ਦੀ ਗਲਤੀ ਨਹੀਂ। ਦੇਖੋ ਉਹਨਾਂ ਦੀ ਕੋਈ ਗਲਤੀ ਨਹੀਂ, ਕੋਈ ਨੌਕਰੀ ਦੇਗਾ ਤੇ ਅਗਲਾ ਨੌਕਰੀ ਕਰਨ ਨਹੀਂ ਆ ਰਿਹਾ। ਉਹਨਾਂ ਨੂੰ ਅਸੀਂ ਕਿੱਸਾਂ ਕੱਢੀਏ ਤੇ ਮੈਂ ਇਸ ਮਾਮਲੇ 'ਚ ਗਵਰਨਮੈਂਟ ਦਾ ਥੈਂਕਸ ਕਰਵਾ ਚੁੱਕਾ। ਕੋਈ ਗੱਲ ਨਹੀਂ, ਗਵਰਨਮੈਂਟ ਦਾ ਮੈਂ ਥੈਂਕਸ ਕਰਨਾ ਕਿ ਉਹਨਾਂ ਨੇ ਡੈਪੂਟੇਸ਼ਨ ਤੇ ਭੇਜ ਦਿੱਤਾ ਕਿ ਇਹਦੀ ਨੌਕਰੀ ਨਹੀਂ ਲਈ। ਹੁਣ ਸਰ 2 ਸਟੈਪ ਹੈ। ਮੇਰਾ ਫਰਜ਼ ਬੰਦਾ ਤੁਹਾਨੂੰ ਐਗਜ਼ੈਕਟ ਦੱਸਣਾ। ਰਿਕਵਰੀ ਅਸੀਂ ਕਰ ਰਹੇ ਹਾਂ। ਹੁਣ ਸਾਨੂੰ ਇੱਕ ਬੈਂਕ ਨੂੰ ਜੋ ਰੰਧਾਵਾ ਸਾਹਿਬ ਕਹਿ ਕੇ ਗਏ ਨੇ, ਜੋ ਅਫਸਰਾਂ ਨੇ ਸੁਜੈਸਟ ਕੀਤਾ, ਆਪਣੀ ਬੋਲ ਕੇ ਵੀ ਗਏ ਨੇ, ਸਾਨੂੰ ਇਹਨੂੰ ਆਪਣੇ ਪਠਾਨਕੋਟ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਬਣਾਉਣਾ ਪੈਣਾ। ਉਹ ਕੈਬਨਿਟ 'ਚ ਨਹੀਂ ਹੁੰਦਾ, ਉਹ ਵਿਧਾਨ ਸਭਾ 'ਚ ਇੱਕ ਵਾਰੀ ਲੈ ਕੇ ਜਾਣਾ। ਸਾਡੀ ਵਿਧਾਨ ਸਭਾ ਹੁਣੇ ਬੈਣੀ ਆ। ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਾਲ ਵਿਧਾਨ ਸਭਾ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹ ਇੰਡੀਪੈਂਡੈਂਟ ਬਾਡੀ, ਉਹ ਬਹਿ ਸਕਦੀ ਹੈ। ਉਹ ਮੈਨੂੰ ਪਤਾ ਨਹੀਂ ਕਦੋਂ ਡੇਟ ਰੱਖਣਗੇ। ਦੂਸਰਾ ਬੈਂਕ ਦਾ ਮਰਜਰ ਦੀ ਅਸੀਂ ਗੱਲ ਕਰ ਰਹੇ ਹਾਂ। ਮੈਂ ਸੀਐਮ ਸਾਹਿਬ ਨੂੰ ਪਿੱਛੇ ਹੀ ਹੁਣੇ ਬੜੇ ਦਿਨ ਬਾਅਦ ਚੰਡੀਗੜ੍ਹ ਗਿਆ, ਮੈਂ ਉਹਨਾਂ ਦੇ ਆਫਿਸ 'ਚ ਮਿਲ ਕੇ ਆਇਆ, ਰੰਧਾਵਾ ਸਾਹਿਬ ਵੀ ਮਿਲ ਕੇ ਆਏ ਆ। ਜਲਦੀ ਸੀਐਮ ਸਾਹਿਬ ਮੀਟਿੰਗ ਕਰਕੇ ਇਹਦਾ ਮਰਜਰ ਦਾ ਕਰਨਗੇ ਤੇ ਜਿਸ ਦਿਨ ਮਰਜਰ ਦਾ ਹੁੰਦਾ ਜੋ ਵੀ ਡਿਸੀਜਨ ਹੁੰਦਾ ਉਸ ਤੋਂ ਬਾਅਦ ਵੀ ਸਾਹਿਬ ਇਹਨੂੰ 2-3 ਮਹੀਨੇ ਲੱਗਦੇ ਨੇ ਕਿਉਂਕਿ ਪੂਰੀ ਫਾਰਮੈਲਿਟੀਜ਼ ਕੰਪਲੀਟ ਕਰਨ ਦੀ। ਮੇਰੀ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਹੈ, ਸਾਡੇ ਆਓ ਜੀ ਸਦਕੇ, ਘਰ ਖੁੱਲ੍ਹਾ, ਜਦੋਂ ਮਰਜ਼ੀ ਆਓ। ਮੈਂ ਰੋਜ਼ ਕੰਮ ਕਰ ਰਿਹਾ ਹੀ, ਰੋਜ਼ ਬੈਠ ਕੇ ਗੱਲ ਕਰੀਏ। ਮਗਰ ਜੋ ਲੋਕਾਂ ਨੇ ਪੈਸੇ ਦੇਣੇ ਆ ਸਾਹਿਬ, ਤੁਹਾਡੇ 'ਚ ਤਾਕਤ ਬੜੀ ਹੈ, ਲੋਕਾਂ 'ਚ ਤਾਕਤ ਬੜੀ ਹੈ। ਥੋੜੀ ਦੇਰ ਉਹਨਾਂ ਨੂੰ ਵੀ ਜਾ ਕੇ ਇੱਕ ਵਾਰੀ ਬੈਠੋ, ਅਗਲੇ ਦੇ ਬੰਦੇ ਦੇ ਮਾਈਂਡ 'ਚ ਪ੍ਰੈਸ਼ਰ ਤੇ ਪਏ। ਮੈਂ ਤੇ ਤੁਸੀਂ ਅੰਕਲ ਸੁਣੋ, ਇੱਕ ਹੁੰਦੀ ਹੈ ਅਰੈਸਟ, ਅਸੀਂ ਇਸੇ ਗੱਲ ਕਰ ਦਿੰਦੇ ਹਾਂ ਅਰੈਸਟ ਇਹ ਨਹੀਂ ਹੁੰਦੀ ਕਿ ਕਿਸੇ ਦੇ ਘਰ ਜਾਓ ਜੀ ਤੂੰ ਪੈਸੇ ਦੇਣੇ ਤੇ ਤੈਨੂੰ ਚੁੱਕ ਕੇ ਅਸੀਂ ਅੰਦਰ ਪਾ ਦੀ, ਉਹ ਨਹੀਂ ਹੁੰਦਾ। ਉਹਦੇ ਪ੍ਰੋਸੀਜਰ ਹੁੰਦੇ ਨੇ। ਜਾਂ ਤੇ ਅਗਲਾ ਬੰਦਾ ਪੈਸਾ ਦੇ ਦੇ, ਜੇ ਨਹੀਂ ਦਿੰਦਾ ਉਹਨੂੰ ਨੋਟਿਸ ਦਿੰਦੇ ਆ, ਹਾਈ ਕੋਰਟਸ ਬੈਠੇ ਦੇ ਨੇ, ਫਿਰ ਇਨਕੁਆਇਰੀਜ਼ ਹੁੰਦੀਆਂ, ਕੌਨਫਿਸਕੇਟ ਦੌੜੇ ਦੇ ਨੇ, ਅਜੇ ਤੱਕ ਮਿਲ ਨਹੀਂ ਪਾਏ। ਪਿੱਛੇ ਖਬਰ ਵੀ ਮਿਲੀ ਸੀ, ਅਸੀਂ ਉਹਨਾਂ ਨੂੰ ਨਹੀਂ ਲੱਭ ਪਾ ਰਹੇ। ਮਗਰ ਜਿਹੜੇ ਰਿਸਪੈਕਟਡ ਲੋਕ ਜਿਨ੍ਹਾਂ ਨੇ ਪੈਸਾ ਦੇਣਾ, ਤੁਹਾਡੇ ਕੋਲ ਅਕਾਊਂਟ ਡਿਟੇਲਸ ਹੈ, ਤੁਸੀਂ ਵੀ ਜਾ ਕੇ ਇੱਕ ਵਾਰੀ, ਮੈਂ ਤੇ ਮਿਲ ਕੇ ਗੱਲ ਕਰਾਂਗੇ ਨਾ। ਹੁਣ EMPLOYEES ਨੇ ਬੜਾ ਵਧੀਆ ਕੰਮ ਕੀਤਾ ਸੀ, ਜਿਹੜੇ ਹਿੰਦੂ ਕੋਆਪਰੇਟਿਵ ਬੈਂਕ ਦੇ, ਉਹਨਾਂ ਦਾ ਬਣਦਾ, ਸਾਡਾ ਨਹੀਂ ਬਣਦਾ। ਦੇਖੋ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਸੀ। ਉਹ ਜਾ ਕੇ ਉਹਨਾਂ ਦੇ ਪ੍ਰੈਸ਼ਰ ਪਾਇਆ ਤੇ ਉਸ ਪ੍ਰੈਸ਼ਰ ਦਾ ਦੇਖੋ ਫਾਇਦਾ ਹੋਇਆ। ਉਹ ਵਾਲੀਆ ਸਾਹਿਬ ਆਏ ਸੀ, ਉਹਨਾਂ ਨੇ ਤਖਤੀਆਂ ਪਾ ਕੇ ਬਿਠਾਏ ਸੀਗੇ ਉਹਨਾਂ ਦੇ ਘਰ। ਅੱਛਾ, ਦੂਸਰੀ ਇੱਕ ਰਿਕੁਐਸਟ ਮੈਂ ਹੋਰ ਕਰਾਂ ਤੁਹਾਨੂੰ, ਮਤਲਬ ਕਹਿੰਦਾ ਵੀ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਗੁਪਤਾ ਇੰਨੀ ਦੇਰ ਦਾ ਗਾਇਬ ਆ, ਠੀਕ ਹੈ, ਹੁਣ ਗੁਪਤੇ ਦੀ ਸਾਰੀ ਪ੍ਰਾਪਰਟੀ ਤੇ ਇੱਥੇ ਹੈ। ਇੱਕ ਰੀਜ਼ਨ ਤੇ ਕੱਢਿਆ ਜਾ ਸਕਦਾ ਨਾ, ਜਿਸ ਤਰ੍ਹਾਂ ਉਹਦਾ ਬੇਟਾ ਇੱਥੇ, ਮੰਨ ਲਿਆ, ਮੈਂ ਨਹੀਂ ਕਹਿ ਰਹੀ ਤੁਸੀਂ ਉਹਦਾ ਬੇਟਾ ਉਠਾਓ, ਉਹਨੂੰ ਲਾ ਰਹੇ ਅਸੀਂ ਸਰਚਾਰਜ ਲਾ ਰਹੇ ਹਾਂ। ਹੁਣ ਇਹਦੀ ਇਸ ਲੈਵਲ ਤੇ ਆਓ ਨਾ, ਤੁਸੀਂ ਉਹਦੇ ਬੇਟੇ ਨੂੰ ਪੁੱਛੋ ਵੀ ਇਹ ਇੰਨੀਆਂ ਤੇਰੀਆਂ ਪ੍ਰਾਪਰਟੀਆਂ, ਇੰਨੀਆਂ ਦਾ ਤੂੰ ਮਾਲਕ ਆ, ਤੂੰ ਦਿਖਾ ਪਈ ਕਿੱਥੋਂ ਕਮਾਈ। ਜਿਸ ਵੇਲੇ ਇਹ ਆਪਣਾ ਪ੍ਰੋਸੀਜਰ ਆਪਣੇ ਆਪ ਚੱਲੇਗਾ, ਉਹਨੇ ਆਪਣੇ ਆਪ ਦੱਸੇਗਾ ਕਿ ਮੇਰਾ ਪਿਓ ਕਿੱਥੇ ਹੈ। ਤੁਸੀਂ ਸੀਓ ਕੋਲੋਂ ਪੁੱਛ ਲੈਣਾ, ਉਹਨਾਂ ਦਾ ਸਾਰੀ ਪ੍ਰਾਪਰਟੀ, ਮੇਰਾ ਪਿਓ ਕਿੱਥੇ ਹੈ। ਮੈਂ ਆਪੇ ਰਿਵਿਊ ਕੀਤਾ ਜੀ, ਇਹਨਾਂ ਨੇ ਨਹੀਂ ਕੀਤਾ। ਮੈਂ ਪਿੱਛੇ ਹਿੰਦੂ ਕੋਆਪਰੇਟਿਵ ਬੈਂਕ ਗਿਆ ਸੀ, ਤੁਹਾਨੂੰ ਮੈਂ ਦੱਸਿਆ ਨਹੀਂ। ਮੈਂ ਇੱਕ ਆਪੇ ਰਿਵਿਊ ਕੀਤਾ। ਉਸ ਰਿਵਿਊ 'ਚ ਮੈਂ ਸਾਰਿਆਂ ਦੀ ਪ੍ਰਾਪਰਟੀਆਂ ਦੇਖੀਆਂ, ਮੈਂ ਇਹ ਵੀ ਪ੍ਰਾਪਰਟੀਆਂ ਦੇਖੀਆਂ। ਲੱਕੀਲੀ ਜਿਨ੍ਹਾਂ ਨੇ ਪੈਸੇ ਦੇਣੇ ਘੱਟ ਹੈ, ਪ੍ਰਾਪਰਟੀਆਂ ਦੀ ਵੈਲਿਊ ਜ਼ਿਆਦਾ। ਫਿਰ ਸਿਰਫ ਜੋਸ਼ੀ ਦੀ ਇਹੋ ਜਿਹੀ ਪ੍ਰਾਪਰਟੀਆਂ ਆਈਆਂ ਕਿ ਜਿਹਦੀ ਵੈਲਿਊ ਘੱਟ ਹੈ, ਪੈਸਾ ਬਹੁਤ ਦੇਣਾ। ਫਿਰ ਉੱਥੋਂ ਹੀ ਮੈਂ ਰੰਧਾਵਾ ਸਾਹਿਬ ਨੂੰ ਫੋਨ ਕੀਤਾ, ਰਜਿਸਟਰਾਰ ਸਾਹਿਬ ਨੂੰ ਫੋਨ ਕੀਤਾ, ਉੱਥੋਂ ਹੀ ਉਹਨਾਂ ਨੂੰ ਡੀਸੀ ਸਾਹਿਬ ਨੂੰ ਫੋਨ ਕੀਤਾ, ਕਿਉਂਕਿ ਐਡਮਿਨਿਸਟ੍ਰੇਟਰ ਨੇ। ਮੈਂ ਕਿਹਾ ਸਰ ਇਹ ਕੰਮ ਨਹੀਂ ਜੇ ਹੋਣਾ, 7 ਕਰੋੜ ਰੁਪਇਆ ਸਾਡਾ ਨਿਕਲਦਾ ਸਾਰਾ ਪ੍ਰਾਪਰਟੀਆਂ 'ਚੋਂ, ਦੇਣ ਵਾਲਾ ਇੰਨੇ ਕਰੋੜ ਹੈ, 25-30 ਕਰੋੜ ਹੈ। ਤੇ ਇਹਨਾਂ ਨੂੰ ਉਹਨਾਂ ਨੇ ਫਿਰ ਮੈਨੂੰ ਕਿਹਾ, ਉਸ ਟਾਈਮ ਲੱਕੀਲੀ ਰੰਧਾਵਾ ਸਾਹਿਬ ਤੇ ਰਜਿਸਟਰਾਰ ਸਾਹਿਬ ਇਕੱਠੇ ਸੀ। ਉਸੇ ਟਾਈਮ ਉਹਨਾਂ ਨੇ ਕਿਹਾ ਕਿ ਡੀਸੀ ਸਾਹਿਬ ਨੂੰ ਬੋਲੋ ਆਪਣਾ ਸੈਕਿੰਡ ਚਾਰਜ ਲੈ ਕੇ ਭੇਜੋ। ਉਸੇ ਟਾਈਮ ਫਿਰ ਮੈਂ ਡੀਆਰ ਨੂੰ ਬੁਲਾਇਆ, ਵਰਮਾ ਨੂੰ, ਸਤੀਸ਼ ਜੀ ਨੂੰ ਬੁਲਾਇਆ, ਐਸਡੀਐਮ ਸਾਹਿਬ ਨੂੰ ਕਿਹਾ, ਉਹਨਾਂ ਦੀ ਮੀਟਿੰਗ ਲਈ। ਮੈਂ ਕਿਹਾ ਇਹਨਾਂ ਦੀ ਸਾਰੀ ਕੰਪਨੀਆਂ ਕੱਢੋ, ਇਹਨਾਂ ਦੀ ਜਿੰਨੀ ਵੀ ਪ੍ਰਾਪਰਟੀਜ਼ ਅਸੀਂ ਸੈਕਿੰਡ ਚਾਰਜ ਲਗਾ ਸਕਨੇ ਆ ਉਹ ਅਟੈਚ ਕਰਕੇ ਨਾਲ ਭੇਜੋ। ਤੇ ਉਹਦੀ ਗੱਲ ਹੈ, ਮੇਨ ਹੈ ਡਿਸੀਜਨ ਮਰਜਰ ਦਾ, ਮੇਨ ਹੈ ਡਿਸੀਜਨ ਇਹਨੂੰ ਡਿਸਟ੍ਰਿਕਟ ਬੈਂਕ ਬਣਾਉਣ ਦਾ। ਮਰਜਰ ਦਾ ਡਿਸੀਜਨ ਹਜੇ ਸਾਡੇ ਪੰਜਾਬ 'ਚ ਜਿਹੜੇ, ਕਿਉਂਕਿ ਪਿਛਲੇ 10 ਸਾਲ ਕੋਈ ਜਦੋਂ ਸਾਡੀ ਪਹਿਲੀ ਸਰਕਾਰੀ ਕੋਆਪਰੇਟਿਵ ਬੈਂਕ ਇੰਨੇ ਚੰਗੇ ਚੱਲੇ ਨਹੀਂ, ਤੇ ਸਟੇਟ ਬੈਂਕ 'ਚ ਮਰਜਰ ਦਾ ਡਿਸੀਜਨ ਹੈ ਜਿਹੜਾ ਹੁਣ ਸੀਐਮ ਸਾਹਿਬ ਨੇ ਲੈਣਾ। ਤੇ ਇੱਕ ਡਿਸੀਜਨ ਉਹ ਲੈ ਚੁੱਕੇ ਨੇ, ਇਨ ਪ੍ਰਿੰਸੀਪਲੀ ਬੋਲ ਵੀ ਗਏ ਨੇ ਰੰਧਾਵਾ ਸਾਹਿਬ, ਇਹਨੂੰ ਡਿਸਟ੍ਰਿਕਟ ਕੋਆਪਰੇਟਿਵ ਬੈਂਕ ਪਠਾਨਕੋਟ ਬਣਾਉਣ ਦਾ। ਤੇ ਮੈਨੂੰ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਸੀ 31 ਦਾ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ, ਮੈਂ ਆਪਣਾ ਫਿਰ ਮੀਟਿੰਗ ਵੀ ਕਰ ਆਇਆ। ਹੁਣ ਹਾਲ ਦੀ ਲੜਾਈ ਚੱਲ ਰਹੀ ਹੈ ਇੱਥੇ,
ਜੇ ਅਸੀਂ ਕੋਈ ਇਲੈਕਸ਼ਨ ਦੇਖਣਾ ਹੁੰਦਾ ਤੇ ਅਸੀਂ ਫਿਰ ਹੁਣ ਲੜਾਈ ਸ਼ੁਰੂ ਕਰਦੇ। ਇਹ ਮੈਂ 1.5 ਪੌਣੇ 2 ਸਾਲ ਤੋਂ ਲੜ ਰਿਹਾ, ਤਾਂ ਕਰਕੇ ਇਸੇ ਪੁੱਜੇ ਨੇ। ਇਹਨਾਂ ਤੁਹਾਨੂੰ ਮੈਂ ਸੀਐਮ ਸਾਹਿਬ ਵੱਲੋਂ, ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ਵਾਸ ਦਿਲਾਨਾ, ਉਹ ਬੰਦੇ ਨੇ ਵਾਸਤੇ ਕੋਈ ਐਡਾ ਵੱਡਾ ਕੰਮ ਨਹੀਂ ਹੈ। ਹਾਂ, ਅਸੀਂ ਆਰਬੀਆਈ 'ਚ ਫਸੇ ਹਾਂ। ਜੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਕੰਡੀਸ਼ਨਸ ਨਾ ਹੁੰਦੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਵਾਸਤੇ ਕੋਈ ਐਡੀ ਵੱਡੀ ਚੀਜ਼ ਨਹੀਂ ਸੀ। ਹੁਣ ਤੱਕ ਅਸੀਂ ਕਰਕੇ ਚਾਲੂ ਖਤਮ ਕਰ ਦੇਣਾ ਸੀ, ਕਿਉਂਕਿ ਇੱਕ ਇਹ ਮਤਲਬ ਸਿੰਬੋਲਿਕ ਹੈ ਕਿ ਸਿੰਬੋਲਿਕ ਤੇ ਆਂਟੀ ਆਡੀ ਬਥੇਰੀ ਨੇਰੀ ਬੰਦੀ ਸਾਰਿਆਂ ਦੀ ਸਿੰਬੋਲਿਕ ਦੀ ਤੇ ਗੱਲ ਹੀ ਕੋਈ। ਵੈਸੇ ਤੁਹਾਨੂੰ ਦੱਸਾਂ ਜੀ ਪਲੀਜ਼, ਨਹੀਂ ਤੇ ਫਿਰ ਆਂਟੀ ਦੇ ਤੇ ਮਿਹਨਤ ਦੇ ਪੈਸੇ ਆ ਭਰਾ, ਆਂਟੀ ਦੇ ਤੁਸੀਂ ਕਹਿ ਰਹੇ ਹੋ ਨਾ ਪੁੰਜ, ਅਗਰ ਮੈਂ ਉੱਥੇ ਹੁੰਦੀ ਤੇ ਮੈਂ ਪੁੰਜ ਦਾ ਗਲਾ ਫੜ ਕੇ ਉਹਦੇ ਕੱਪੜੇ ਵੀ ਫਾੜ ਦਿੰਦੀ। ਆਂਟੀ ਇੱਕ ਗੱਲ ਸੁਣੋ, ਅਗਰ ਮੈਂ ਉਸ ਦਿਨ ਉੱਥੇ ਹੁੰਦੀ ਨਾ ਇਹ ਕੰਮ ਕਰ ਵੀ ਦਿੰਦੀ, ਫਿਰ ਮੇਰੇ ਨਾਲ ਦਾ ਨਿਪਟ ਸਾਡੇ 10 ਆਉਂਦੇ ਆ। ਮੈਂ ਇੱਕ ਸਾਡੇ 10 ਨਵਾਂ ਦੀ ਖਾਈ, ਅਸੀਂ ਰਾਤਾਂ ਜਾਗ ਕੇ ਦਿਨ ਜਾਗ ਕੇ ਲੋਕਾਂ ਦੇ ਮਰੀਜ਼ਾਂ ਦੀ ਸੇਵਾ ਕਰ ਕਰਕੇ ਅਸੀਂ ਪੈਸੇ ਕਮਾਏ। ਸਾਡੇ ਹਰਾਮ ਦੇ 2 ਨੰਬਰ ਦੇ ਪੈਸੇ ਹੈ ਨਹੀਂ ਇਹਦੇ। ਮੇਰੇ ਨਾਲ ਕੋਈ ਰੋਏ ਵੀ ਨੇ ਜੀ, ਨਹੀਂ ਅਸੀਂ ਰੋਂਦੇ ਹੀ ਨਹੀਂ, ਹੱਕਾਂ ਸੇ ਗਲਾ ਫੜ ਕੇ ਲੈਣਾ। ਕਹਿ ਰਿਹਾ ਜੀ, ਮੈਂ ਗੁਰਦੁਆਰਾ ਸਾਹਿਬ ਗਿਆ, ਮੈਨੂੰ ਇੱਕ ਅੰਕਲ ਮਿਲੇ, ਮੈਂ ਸੀਐਮ ਸਾਹਿਬ ਨੂੰ ਵੀ ਦੱਸ ਗਿਆ, ਬਜ਼ੁਰਗ ਸੀ, ਉਹਨਾਂ ਦਾ 3 ਲੱਖ ਰੁਪਇਆ ਫਸੇ ਦਾ ਸੀ। ਹੀ ਕਰਾਈਡ, ਮੈਨੂੰ ਪਤਾ, ਮੈਨੂੰ ਇੱਕ ਲੇਡੀ ਮੇਰੇ ਨਾਲ ਮੇਰੇ ਮਦਰ ਦੇ ਸਮਾਨ ਸੁਣਿਆ ਹੀ ਦੇਖੋ